ਵਾਹਿਗੁਰੂ ਜੀ ਵਾਹਿਗੁਰੂ ਜੀ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਡੰਡਾਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁਲ ਦਰ ਆਪਣਾ ਦਰਗਹਿ ਪਾਵੈ ਆਨੰਦ ਗੁਣ ਨਿਧਾਨ ਗੁਰੂ ਜੀਵਨ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂੰ ਸਾਜਨ ਤੇਰੇ ਹੋਏ ਤੇਰੇ ਚਰਨ ਕੀ ਹੋਏ ਰਹਾ ਸਦ ਤੂੰ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂੰ
ਕਿਤੇ ਮਿਲ ਜੇ ਮੱਥੇ ਨਾ ਚੁੱਕ ਕੇ ਲਾਵਾਂ ਪੂਰੀ ਤੇਰੇ ਪਿਆਰ
ਜੁਗੋ ਜੁਗ ਅਟਲ ਵਾਲੀਏ ਦੋ ਜਹਾਨ परम आत्म है सर्व आत्म है आत्म बस है जस के जस है। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਨਮ ਮਰਨ ਦੋਹੂ ਮੈਂ ਨਾਹੀ, ਬ੍ਰਹਮ ਲੀਨ ਮਹਾਂਪੁਰਸ਼ ਸੱਚਖੰਡ ਵਾਸੀ ਧੰਨ 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 ਬਾਬਾ ਨੰਦ ਸਿੰਘ ਜੀ ਮਹਾਰਾਜ। ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਮਹਾਰਾਜ ਸਿਆੜ ਸਾਹਿਬ ਵਾਲੇ, ਸੱਚਖੰਡ ਵਾਸੀ ਬਾਬਾ ਹਰਭਜਨ ਸਿੰਘ ਜੀ, ਮਹਾਨ ਤਤਵਤੇ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਇਹ ਪਵਿੱਤਰ ਅਸਥਾਨ ਦੇ ਮੌਜੂਦਾ ਸੰਚਾਲਕ ਸਤਿਪੁਰਸ਼, ਕੀਰਤਨ ਦੇ ਧਨੀ, ਨਾਮ ਦੇ ਰਸੀ, ਮਹਾਨ ਪਰਉਪਕਾਰੀ ਮਹਾਂਪੁਰਸ਼ ਸੰਤ ਬਾਬਾ ਅਮਰੀਕ ਸਿੰਘ ਜੀ ਬੜੇ ਸੁਚੱਜੇ ਢੰਗ ਦੇ ਨਾਲ ਵਧੀਆ ਇੰਤਜ਼ਾਮ ਅਰੇਂਜਮੈਂਟ ਕੀਤਾ ਹੈ ਤੇ ਆਪਾਂ ਅੱਜ ਭਾਈ ਦੂਰੋਂ ਨੇੜਿਓਂ ਚੱਲ ਕੇ ਇੱਥੇ ਲਾਹਾ ਲੈਣ ਵਾਸਤੇ ਜਿਤਨੀ ਵੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਵਿਰਾਜਮਾਨ ਹੋਈ ਹੈ, ਸਾਰੀ ਸੰਗਤ ਕਿਰਪਾ ਕਰੋ, ਰਸਨਾ ਕੋਈ ਵਾਂਝੀ ਨਾ ਰਹਿ ਜਾਵੇ, ਇਕਾਗਰਤਾ ਬਖਸ਼ਿਓ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਠ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਬਾਰ ਆਉਂਦੀ ਹੈ ਇੱਕ, ਉਹਦੇ ਵਿੱਚ ਇੱਕ ਬਚਨ ਆਇਆ,
ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਜਿਹੜੀ ਅਗਲੀ ਗੱਲ ਲਿਖੀ ਹੈ ਉਹ ਨਾਨਕ ਕੁਲ ਉਧਾਰ ਹੈ, ਆਪਣਾ ਦਰਗਹਿ ਪਾਵੈ ਮਾਨ। ਜਿਨ ਗੁਰਮੁਖ ਨਾਮ ਧਿਆਇਆ, ਬੜੇ ਸਾਦੇ ਜਿਹੇ ਸ਼ਬਦਾਂ ਵਿੱਚ ਅਰਥ ਨੇ ਇਹਦੇ, ਵੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ। ਇੱਕ ਗੱਲ ਯਾਦ ਰੱਖਿਓ ਵੀ ਦੋ ਤਰ੍ਹਾਂ ਦੇ ਸੰਤ ਹੁੰਦੇ ਆ। ਇੱਕ ਉਹ ਸੰਤ ਨੇ ਜਿਨ੍ਹਾਂ ਦੀ ਸਹਾਇਤਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੋਏ ਆ। ਉਹ 35 ਸੰਤ ਹੋਏ ਨੇ ਜਿਨ੍ਹਾਂ ਦੀ ਸਹਾਇਤਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਹੋਈ। ਇਹ 35 ਹੋਏ। ਇੱਕ ਉਹ ਮਹਾਂਪੁਰਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਹਾਇਤਾ ਲੈ ਕੇ ਸੰਤ ਬਣੇ ਨੇ। ਆਖੋ ਸਤਿਨਾਮ ਵਾਹਿਗੁਰੂ। ਫਿਰ ਮੈਂ ਜਰਾ ਰਿਪੀਟ ਕਰਾਂ, ਇੱਕ ਉਹ ਸੰਤ ਨੇ ਜਿਨ੍ਹਾਂ ਦੀ ਸਹਾਇਤਾ ਲੈ ਕੇ, ਜਿਨ੍ਹਾਂ 'ਚ 6 ਗੁਰੂ ਨੇ, 15 ਭਗਤ ਨੇ, 11 ਭੱਟ ਨੇ ਤੇ 4 ਮਹਾਂਪੁਰਖਾਂ ਦੀ ਬਾਣੀ। ਇਹਨਾਂ ਦੀ ਕੱਲਿਆਂ ਦੀ ਸਹਾਇਤਾ ਲੈ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੋਏ। ਜਦੋਂ ਤਿਆਰ ਹੋ ਗਿਆ ਤੇ ਇੱਕ ਵਚਨ ਕਰ ਦਿੱਤਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ 1 ਸਤੰਬਰ 1604 ਈਸਵੀ ਦੇ ਵਿੱਚ ਤਿਆਰ ਹੋ ਗਏ, ਜਿਹੜੇ ਇਹਦੇ ਨਾਲ ਜੁੜ ਗਏ, ਇਹਦੀ ਸਿੱਖਿਆ ਧਾਰਨ ਕਰ ਲਈ, ਮਨ ਵਿੱਚ ਦਿਲ ਦਿਮਾਗ ਵਿੱਚ ਵਸਾ ਕੇ ਜਿਨ੍ਹਾਂ ਨੇ ਅਮਲੀ ਜੀਵਨ ਬਣਾ ਲਿਆ, ਉਹਨਾਂ ਦੀਆਂ ਯਾਦਾਂ ਅੱਜ ਮਨਾਈਆਂ ਜਾ ਰਹੀਆਂ। ਆਖੋ ਸਤਿਨਾਮ ਵਾਹਿਗੁਰੂ। ਇਹ ਯਾਦਾਂ ਉਹਨਾਂ ਦੀਆਂ ਮਨਾਈਆਂ ਜਾ ਰਹੀਆਂ ਜਿਹਨੇ ਗੁਰਮੁਖ, ਗੁਰੂ ਦੇ ਮੁਖ ਦੁਆਰਾ ਸੁਣੀ ਹੋਈ ਸਿੱਖਿਆ, ਉਪਦੇਸ਼ ਸੁਣਿਆ, ਸੁਣ ਕੇ ਧਾਰਨ ਕੀਤਾ, ਧਾਰਨ ਕਰਕੇ ਫਿਰ ਕਮਾ ਲਿਆ। ਉਹਨਾਂ ਨੂੰ ਅੱਜ ਕੱਲਾ ਲੁਧਿਆਣਾ ਜ਼ਿਲ੍ਹਾ, ਬਲੀ ਪੰਜਾਬ ਸਟੇਟ ਨਹੀਂ, ਯੂਪੀ ਬਿਹਾਰ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਕਮਾ ਕੇ ਅਮਲ ਕੀਤਾ। ਧਰਮ ਸ਼ਾਸਤਰ ਵਿੱਚ ਇੱਕ ਵਚਨ ਆਉਂਦਾ ਹੈ, ਕਹਿੰਦੇ ਮੁਗਧ ਪੂਜ ਨਿਜ ਧਾਮ ਪੈ, ਪ੍ਰਭੂ ਪੂਜ ਨਿਜ ਨਗਰ। ਜਦੋਂ ਟਕਸਾਲ ਵਿੱਚ ਪੜ੍ਹਾਉਂਦੇ ਹੈ ਤੇ ਇਹ ਇੱਕ ਪਹਿਲਾ ਗ੍ਰੰਥ ਹੈ, ਸਹਾਇਕ ਗ੍ਰੰਥ, ਜਿਹਨੂੰ ਕਹਿੰਦੇ ਸਾਰ ਕਿਤਾਬ ਲਈ। ਉਹਦੇ ਵਿੱਚ ਇੱਕ ਵਚਨ ਆਉਂਦਾ ਹੈ, ਹੋ ਸਕਦਾ ਤੁਸੀਂ ਜਾਂ ਮਹਾਂਪੁਰਸ਼ਾਂ ਤਾਂ ਪੜ੍ਹੇ ਹੋਣਗੇ ਗ੍ਰੰਥ, ਮੇਰੇ ਤੇ ਕਿਰਪਾ ਹੋਈ ਮਹਾਂਪੁਰਖਾਂ ਨੇ ਪੜ੍ਹਾਈ। ਪ੍ਰਭੂ ਪੂਜ ਮੁਗਧ ਪੂਜ ਨਿਜ ਧਾਮ ਪੈ। ਜਿਹੜਾ ਮੂਰਖ ਬੰਦਾ ਨਾ, ਥੋੜਾ ਸਿਧਰਾ ਸਾਦਾ ਜਾ ਹੋਵੇ, ਥੋੜਾ ਮੈਂਟਲੀ ਅਪਸੈਟ ਜਾ ਹੋਵੇ, ਤੇ ਉਹਨੂੰ ਘਰਾਂ 'ਚ ਕਹਿੰਦੇ ਇਹ ਭਗਤ ਬੰਦਾ। ਥੋੜਾ ਜਿਹਾ ਭਗਤ ਕਿਹਨੂੰ ਤੁਸੀਂ ਕਹਿੰਦੇ, ਪਤਾ ਲੱਗ ਗਿਆ? ਜਿਹੜਾ ਥੋੜਾ ਜਿਹਾ ਮੈਂਟਲੀ ਅਪਸੈਟ ਹੋਵੇ ਤੇ ਉਹਨੂੰ ਕਹਿੰਦੇ ਭਗਤ ਬੰਦਾ ਹੈ। ਤੁਹਾਡੇ ਹਿਸਾਬ ਦੇ ਨਾਲ ਵੀ ਕਮਲੇ ਭਗਤ ਹੁੰਦੇ। ਆਖੋ ਸਤਿਨਾਮ ਵਾਹਿਗੁਰੂ। ਘਰ ਦੀਆਂ ਚਾਬੀਆਂ ਸਾਰੀਆਂ ਉਹਨੂੰ ਫੜਾਈਆਂ ਹੁੰਦੀਆਂ, ਸਾਰਾ ਕੰਮ ਉਹ ਤੋਂ ਪੁੱਛ ਕੇ ਕਰਦੇ ਆ। ਇਹ ਜੋ ਕਹਿ ਦਿੰਦਾ ਜੀ ਸੱਚ ਹੋ ਜਾਂਦਾ ਹੈ, ਭਗਤ ਆ ਮੰਦ ਬੁੱਧ। ਉਹਦੀ ਪੂਜਾ ਇੱਕ ਘਰ ਦੇ ਵਿੱਚ ਹੁੰਦੀ ਹੈ, ਬਾਹਰ ਨਹੀਂ। ਪ੍ਰਭੂ ਪੂਜ ਨਿਜ ਨਗਰ,
ਸਰਪੰਚ ਦਾ ਸਤਿਕਾਰ ਆਪਦੇ ਪਿੰਡ ਵਿੱਚ ਹੁੰਦਾ, ਆਪਦੇ ਪਿੰਡ ਵਿੱਚ ਜਿਹੜਾ ਰੂਲ ਮਰਜ਼ੀ ਬਣਾ ਲਵੇ, ਜਿਹੜਾ ਹਟਾ ਦੇਵੇ ਮਰਜ਼ੀ, ਉਹਦੀ ਪਿੰਡ ਵਿੱਚ ਚੱਲਦੀ ਹੁੰਦੀ ਹੈ ਨਾ। ਭੂਪ ਪੂਜ ਸਭ ਦੇਸ਼ ਮੈਂ, ਰਾਜਾ ਇੱਕ ਦੇਸ਼ ਵਿੱਚ ਪੂਜਿਆ ਜਾਂਦਾ। ਫਿਰ ਮੈਂ ਰਿਪੀਟ ਕਰਾਂ, ਮੂਰਖ ਬੰਦੇ ਦੀ ਪੂਜਾ ਘਰ ਵਿੱਚ ਕੀਤੀ ਜਾਂਦੀ ਹੈ। ਸਰਪੰਚ ਦਾ ਸਤਿਕਾਰ ਨਗਰ ਵਿੱਚ ਕੀਤਾ ਜਾਂਦਾ ਹੈ, ਤੇ ਰਾਜਾ ਇੱਕ ਦੇਸ਼ ਵਿੱਚ ਪੂਜਿਆ ਜਾਂਦਾ ਹੈ। ਤੇ ਪੂਜਤ ਗੁਣੀ ਸਮੱਗਰ, ਜਿਨ੍ਹਾਂ ਦੀਆਂ ਯਾਦਾਂ ਮਨਾ ਰਹੇ ਹਨ ਅੱਜ, ਇਹ ਦੁਨੀਆ 'ਚ ਜਿੱਥੇ ਵੀ ਚਲੇ ਜਾਣ ਉੱਥੇ ਹੀ ਸਤਿਕਾਰ ਹੁੰਦਾ। ਆਖੋ ਸਤਿਨਾਮ ਵਾਹਿਗੁਰੂ। ਹੈ ਕੋਈ ਲਿਮਟ ਵੀ ਜੇ ਸਿਆੜ ਸਾਹਿਬ ਵਾਲਿਆਂ ਦਾ ਯਾਦ ਮਨਾ ਰਿਹਾ ਤੇ ਉੱਥੇ ਇਕੱਲਾ ਸਤਿਕਾਰ ਹੈ? ਮੈਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਮਹਾਂਪੁਰਸ਼ਾਂ ਦੀ ਕਿਰਪਾ ਨਾਲ ਬੜੀ ਵਾਰੀ ਇੰਗਲੈਂਡ ਗਿਆ। 94-95 ਤੋਂ ਇੰਗਲੈਂਡ ਜਾਂਦੇ ਆ। ਭਾਈ ਸਾਹਿਬ ਜੀ, ਬਾਬਾ ਜੀ ਮੇਰੇ ਤੋਂ ਪਹਿਲਾਂ ਕੀਰਤਨ ਕਰ ਰਹੇ ਸੀ, ਬਾਬਾ ਸੁਖਵਿੰਦਰ ਸਿੰਘ ਜੀ ਬੜੂੰਦੀ ਵਾਲੇ। ਤੇ ਇਹ ਮੈਨੂੰ ਉੱਥੇ ਜਦੋਂ ਮੈਂ ਇੱਕ ਟੂਰ ਲਾਇਆ ਤੇ ਉੱਥੇ ਕਾਫੀ ਇਹਨਾਂ ਨਾਲ ਮੇਰਾ ਇੰਗਲੈਂਡ 'ਚ ਬੁਲਵਰਹੈਂਪਟਨ 'ਚ ਸੰਤ ਅਮਰ ਸਿੰਘ ਹੁਣੀ ਬੜੂੰਦੀ ਵਾਲੇ, ਉਹਨਾਂ ਦੀ ਠਾਠ ਤੇ ਮੈਂ ਵੀ ਸਮਾਂ ਲਾਇਆ। ਇਹ ਤਕਰੀਬਨ ਉੱਥੇ ਪੱਕੇ ਰਹਿੰਦੇ ਸੀਗੇ, ਉੱਥੇ ਸਮਾਂ ਲਾਇਆ। ਹੁਣ ਦੇਖੋ ਵੀ ਕਹਿਣ ਨੂੰ ਜੋ ਮਰਜ਼ੀ ਕਹੇ, ਚਲੋ ਠੀਕ ਹੈ ਨਾ। ਅਸੀਂ ਜੀ ਪ੍ਰਚਾਰ ਕਰਨ ਕੈਨੇਡਾ ਗਏ ਹੋ, ਅਮਰੀਕਾ ਗਏ ਹੋ ਜੀ, ਇੰਗਲੈਂਡ ਗਏ ਹੋਏ ਆ। ਕਹਿਣ ਨੂੰ ਜੋ ਮਰਜ਼ੀ ਕਰੋ। ਮੈਨੂੰ ਕਹੇ, ਮੇਰਾ ਜਥਾ ਕਹਿੰਦਾ ਸੰਗਤ ਪੁੱਛਦੇ ਕਿੱਥੇ ਗਏ? ਬਾਬਾ ਜੀ ਪ੍ਰਚਾਰ ਕਰਨ ਇੰਗਲੈਂਡ ਗਏ ਆ। ਸਿੱਧਾ ਨਹੀਂ ਦੱਸਦੇ ਪੌਂਡ ਪ੍ਰਚਾਰ ਕਰਨ ਗਏ ਆ। ਆਖੋ ਸਤਿਨਾਮ ਵਾਹਿਗੁਰੂ। ਇਹ ਪੌਂਡ ਪ੍ਰਚਾਰ ਕਰਨ ਵਾਸਤੇ ਗਏ ਹੋਏ ਆ। ਜੇ ਪ੍ਰਚਾਰ ਕਰਨ ਨੂੰ ਸਾਰਾ ਲੁਧਿਆਣੇ 'ਚ ਹੋ ਗਿਆ, ਕਿਤੇ ਲੁਧਿਆਣੇ 'ਚ ਹੋ ਗਿਆ, ਪੰਜਾਬ 'ਚ ਸਾਰਾ ਪ੍ਰਚਾਰ ਹੋ ਗਿਆ ਕਿਤੇ? ਵਿਚਲੀ ਗੱਲ ਨਹੀਂ ਦੱਸਦੇ ਵੀ ਇਹ ਡਾਲਰ ਪ੍ਰਚਾਰ ਕਰਨ ਗਏ ਹੋਏ ਨੇ। ਉੱਥੇ ਲੱਖਾਂ ਰੁਪਇਆ ਲਾ ਕੇ ਜਾਂਦੇ ਆ। ਪਰ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ, ਮੈਂ ਇਹਨਾਂ ਦੀ ਉੱਥੇ ਇੱਕ ਸਿਫਤ ਦੇਖੀ ਹੈ। ਜਿੱਥੇ ਦੁਨੀਆ ਪੈਨੀ ਨੂੰ ਮਰਦੀ ਹੈ, ਇੱਥੇ ਪੰਜੀ ਕਹਿ ਲਈਏ, ਪੈਸਾ ਉੱਥੇ ਪੈਨੀ। ਇੱਕ ਪੈਨੀ ਨੂੰ ਦੁਨੀਆ ਮਰਦੀ ਆ। ਤੇ ਖਾਸ ਕਰਕੇ ਆਪਾਂ ਇੰਡੀਅਨ ਲੋਕ ਇੱਕ ਪੈਨੀ ਇਕੱਠੀ ਕਰਦੇ ਆ ਉੱਥੇ ਜਾ ਕੇ। ਪਰ ਕਵੈਂਟਰੀ ਦੇ ਵਿੱਚ ਇਹਨਾਂ ਮਹਾਂਪੁਰਖਾਂ ਦਾ ਇੱਕ ਸਥਾਨ ਹੈ। ਕਵੈਂਟਰੀ ਵਿੱਚ ਉੱਥੇ 3-4 ਹੋਰ ਗੁਰਦੁਆਰੇ ਵੀ ਹੈ। ਤਕਰੀਬਨ ਮੈਂ ਸਾਰੇ ਗੁਰਦੁਆਰੇ ਹਾਜ਼ਰੀ ਭਰਦਾ ਰਿਹਾ, ਪਰ ਕਵੈਂਟਰੀ ਵਿੱਚ ਇੱਕ ਇਹਨਾਂ ਦਾ ਸਥਾਨ ਹੈ। ਜਿੱਦਾਂ ਸ਼ਾਨੋ ਸ਼ੌਕਤ ਸਥਾਨ ਦੀ ਇੱਥੇ ਬਾਬਾ ਜੀ ਨੇ ਕੀਤੀ ਹੋਈ ਹੈ, ਬੜਾ ਸ਼ਿੰਗਾਰਿਆ ਹੋਇਆ, ਬੜਾ ਸਜਾਇਆ ਹੋਇਆ ਸਥਾਨ ਹੈ। ਇਹਨੂੰ ਵੀ ਵੱਧ ਉੱਥੇ ਕਵੈਂਟਰੀ ਵਿੱਚ ਮਹਾਂਪੁਰਖ ਸਿਆੜ ਸਾਹਿਬ ਵਾਲਾ ਦੀ ਠਾਠ ਹੈ। ਜਦੋਂ ਮੈਂ ਉੱਪਰ ਚੱਲਾ ਉੱਥੇ ਦਰਸ਼ਨ ਕਰਨ ਵਾਸਤੇ, ਤੇ ਮੈਂ ਜੇਬ 'ਚੋਂ ਹੱਥ ਪਾਇਆ ਤੇ ਪੈਸੇ ਕੱਢਣ ਲੱਗਾ, ਤੇ ਉੱਥੇ ਇੱਕ ਸੇਵਾਦਾਰ ਸੀ। ਉਹ ਕਹਿੰਦੇ ਰਹਿਣ ਦਿਓ। ਮੈਂ ਜੀ ਮੱਥਾ ਟੇਕਣਾ। ਉਹ ਕਹਿੰਦੇ ਇੱਥੇ ਪੈਸਿਆਂ ਦਾ ਮੱਥਾ ਨਹੀਂ ਟੇਕਿਆ ਜਾਂਦਾ। ਆਖੋ ਸਤਿਨਾਮ ਵਾਹਿਗੁਰੂ। ਦੁਨੀਆ ਭਰ ਦੇ ਵਿੱਚ, ਵਰਲਡ ਦੇ ਵਿੱਚ 7.5 ਅਰਬ ਪੌਣੇ 8 ਅਰਬ ਗਿਣਦੇ ਆ ਪਾਪੂਲੇਸ਼ਨ ਆਫ ਵਰਲਡ। ਪੌਣੇ 8 ਅਰਬ ਗਿਣਤੀ ਸੰਸਾਰ ਦੀ ਹੈ। ਇਸ ਸੰਪਰਦਾ ਤੋਂ ਬਿਨਾ ਕੋਈ ਦੂਜੀ ਸੰਪਰਦਾ ਦਾ ਕੋਈ ਸਥਾਨ ਦਿਖਾ ਦਿਓ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਮਾਇਆ ਨਾ ਚੜੇ। ਤੇ ਨਾਲੇ ਮਾਇਆ ਨੂੰ ਤਾਂ ਆਪਾਂ ਭੱਜੇ ਜਾਂਦੇ। ਕਿਸੇ ਦੀ ਕੀ ਗੱਲ ਕਰਨੀ ਹੈ? ਮੈਨੂੰ ਵੀ ਸੰਤ ਹੀ ਕਹਿੰਦੇ, ਮੈਂ ਵੀ ਇਸ਼ਤਿਹਾਰ ਦੇ ਸੰਤ ਲਗਾਉਣਾ। ਅਸੀਂ ਬਾਜੇ ਢੋਲਕੀ ਚੱਕ ਕੇ ਕਦੇ ਐਵੇਂ ਨਹੀਂ ਭੱਜੇ ਫਿਰਦੇ। ਆਖੋ ਸਤਿਨਾਮ ਵਾਹਿਗੁਰੂ। ਕੋਈ ਗੱਲ ਹੈ ਨਾ, ਕੋਈ 4 ਦਮੜੇ ਲੈਣੇ ਹੁੰਦੇ ਨੇ। ਤੇ ਇਹਨਾਂ ਦੀ ਸੰਪਰਦਾ ਆ ਮਹਾਂਪੁਰਖ ਬੈਠੇ। ਮੈਂ ਇਹਨਾਂ ਨਾਲ ਮੇਰਾ ਪਿਆਰ ਬਹੁਤ ਹੈ, ਮੇਰਾ ਬਹੁਤ ਸਤਿਕਾਰ ਕਰਦੇ ਆ, ਆਦਰ ਮਾਣ ਕਰਦੇ ਆ। ਬਾਬਾ ਅਮਰੀਕ ਸੋਹਣੀ ਮੈਨੂੰ ਕਹਿੰਦੇ ਅਸੀਂ ਉੱਪਰ ਵੀ ਕਮਰੇ ਬਣਾਉਣੇ ਆ ਵਧੀਆ। ਮੈਂ ਕਿਹਾ ਚੰਗੀ ਗੱਲ ਹੈ, ਕਿਉਂਕਿ ਜਿੰਨੇ ਸੰਤ ਮਹਾਂਪੁਰਸ਼ ਆਲੇ ਦੁਆਲੇ ਤੁਹਾਡੇ ਦੀਵਾਨ ਲੱਗਦੇ ਆ, ਉਹ ਸਾਰੇ ਇਹਨਾਂ ਨੂੰ ਮਿਲ ਕੇ ਜਾਂਦੇ ਆ।
ਉਹਨਾਂ ਜਿਵੇਂ ਕਰੀਏ ਸਾਡਾ ਹੈੱਡ ਆਫਿਸ ਆ, ਮੈਂ ਕਿਤੇ ਕਹਾਂ ਦੀਵਾਨ ਨੂੰ, ਧਰਮਕੋਟ ਨੂੰ, ਕੋਟੀ ਸੇਖਾਂ ਨੰਗਾ, ਤੇ ਮੈਂ ਆਉਂਦੀ ਬਾਕੀ ਮੈਂ ਫੋਨ ਕਰ ਦੇਣਾ ਵੀ ਆ ਰਿਹਾ। ਇਹ ਪੁੱਛਦਾ ਵੀ ਪ੍ਰਸ਼ਾਦਾ ਛਕਣਾ ਜਾਂ ਚਾਹ ਪੀਣੀ ਹੈ। ਫਿਰ ਇਹਨਾਂ ਦੇ ਤਾਂ ਪਦਾਰਥ ਹੀ ਬਹੁਤ ਬਣਾਏ ਹੁੰਦੇ ਇੱਥੇ, ਆਹ ਛਕ ਲਓ, ਆਹ ਛਕ ਲਓ। ਔਰ ਇਹਨਾਂ ਨੇ ਆਪਦਾ ਦੱਸਿਆ, ਕਹਿੰਦੇ ਬਾਬਾ ਜੀ ਵੀ ਅਸੀਂ ਵੀ ਬਾਹਰ ਇੱਦਾਂ ਦੀਵਾਨ ਲਾਉਣ ਨਹੀਂ ਜਾਂਦੇ। ਹਾਂ, ਕੋਈ ਬਾਹਲਾ ਹੀ ਪ੍ਰੇਮੀ ਪਿਆਰਾ ਹੋਵੇ ਉਹਨਾਂ ਦੇ ਅਸੀਂ ਦੀਵਾਨ ਲਾਉਣ ਚੱਲ ਜਾਈਦਾ। ਹਾਂ, ਜਿੰਨਾ ਜਿੱਥੇ ਕਿਤੇ ਜਾਈਦਾ, ਜਿੰਨਾ ਕੋ ਸਾਡਾ ਸਤਿਕਾਰ ਕਰੀਦਾ ਸੀ, ਉਨਾ ਹੀ ਸਤਿਕਾਰ ਉਹਦੋਂ ਵੱਧ ਆ ਕੇ ਅਸੀਂ ਵੀ ਕਰਦੇ ਹਾਂ। ਵੈਸੇ ਕਹਿੰਦੇ ਸਾਡਾ ਸੁਭਾਅ ਆ ਵੀ ਖਰਚਾ ਕੋਈ ਨਹੀਂ, ਇੱਥੇ ਸੰਗਤ ਹੀ ਕਰਦੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ। ਨਾ ਪੈਸਾ ਲੈਣਾ ਤੇ ਨਾ ਪੈਸਾ ਦੇਣਾ, ਬਹੁਤ ਵਧੀਆ ਸਿਸਟਮ ਹੈ। ਸੰਪਰਦਾ ਤਾਂ ਉਹੀ ਹੈ ਨਾ। ਮੈਂ ਅੱਜ ਵੀ ਹੈਰਾਨ ਹੈ ਵੀ ਮਾਇਆ ਦੀ ਦੁਨੀਆ ਦੇ ਵਿੱਚ ਜਿੱਥੇ ਕਿ ਭੱਜ ਦੌੜ ਸਾਰਿਆਂ ਦੀ, ਚਾਹੇ ਕੋਈ ਹੈ, ਇੱਕ ਆ ਨਾਨਕਸਰ ਸੰਪਰਦਾ ਨੂੰ ਛੱਡ ਕੇ ਬਾਕੀ ਸਾਰੇ ਕਹਿ ਲਈਏ ਪੈਸੇ ਦੇ ਪੀਰਾਂ ਸੀ, ਨਹੀਂ ਛੱਡੀ ਜਾਂਦੀ ਮਾਇਆ। ਪਰ ਇਹੀ ਸੰਪਰਦਾ ਇੱਕ ਹੈ ਜਿੱਥੇ ਪ੍ਰਸ਼ਾਦ ਤੇ ਚੜ ਜਾਂਦਾ, ਮਿਸ਼ਰੀ ਦਾ ਜਾਂ ਹੋਰ ਪ੍ਰਸ਼ਾਦ ਮਿੱਠਾ ਚੜ ਜਾਊਗਾ, ਪਰ ਮਾਇਆ ਨਹੀਂ ਚੜਦੀ। ਆਖੋ ਸਤਿਨਾਮ ਵਾਹਿਗੁਰੂ। ਆ ਤੁਹਾਡੀ ਸ਼ਰਧਾ ਤੁਸੀਂ ਰੱਖੀ ਜਾਂਦੇ। ਅੱਜ ਵੀ ਪ੍ਰਸ਼ਾਦਾ, ਮੈਨੂੰ ਤਾਂ ਇਹਨਾਂ ਨੇ ਦੱਸਿਆ, ਮੈਂ ਤਾਂ ਸੁਣ ਕੇ ਹੈਰਾਨ, ਕਹਿੰਦੇ ਪ੍ਰਸ਼ਾਦਾ ਸਾਰਾ ਹੀ ਬਾਹਰੋਂ ਬਣ ਕੇ ਆਉਂਦਾ, ਸਾਰਾ ਹੀ ਬਾਹਰੋਂ। ਬਹੁਤ ਵੱਡੀ ਗੱਲ ਹੈ। ਚੱਲ ਹੁਣ ਤਾਂ ਅੱਜ ਪਹਿਲਾ ਜਾਂ ਦੂਜਾ ਦਿਨ ਹੈ, ਗਾਹਾਂ ਗਾਹਾਂ ਸੰਗਤਾਂ ਦਾ ਇਕੱਠ ਵਧੀ ਜਾਣਾ ਤੇ ਕਿੰਨੀਆਂ ਸੈਂਕੜੇ ਸੰਗਤਾਂ ਹੋ ਜਾਣੀਆਂ, ਸਾਰਿਆਂ ਦਾ ਪ੍ਰਸ਼ਾਦਾ ਬਾਹਰੋਂ ਬਣ ਕੇ ਆਉਣਾ। ਤੇ ਮੈਂ ਹਾਸੇ ਨਾਲ ਕਿਹਾ, ਮੈਂ ਬਾਬਾ ਜੀ ਸੰਗਤਾਂ ਤਾਂ ਆਪਦੀ ਮਰਜ਼ੀ ਨਾਲ ਸਬਜ਼ੀਆਂ ਬਣਾ ਕੇ ਲਿਆਉਂਦੀਆਂ, ਤੇ ਤੁਸੀਂ ਇੰਨੀਆਂ ਸਬਜ਼ੀਆਂ ਨੂੰ ਇੰਨੇ ਡਰਮ ਲਾਏ ਹੋਏ ਨੇ, ਕੱਜ ਕੱਜ ਪਾਈ ਜਾਂਦੇ ਆ। ਉਹ ਕਹਿੰਦੇ ਵੈਸੇ ਤਾਂ ਕੱਲਾ ਕੱਲਾ ਰੱਖਿਆ ਹੋਇਆ, ਤੇ ਕਈ ਵਾਰੀ ਇੱਕ ਡਰਮ 'ਚ ਪਾਈ ਜਾਂਦਾ ਮੈਂ ਇੱਕ 'ਚ। ਕਹਿੰਦੇ ਉੱਦਾਂ ਵਿਆਹਾਂ ਤੇ ਵੀ ਮਿਕਸ ਵੈਜੀਟੇਬਲ ਖਾਂਦੇ ਹੀ ਆ। ਆਖੋ ਉੱਦਾਂ ਨਹੀਂ ਮਿਕਸ ਵੈਜੀਟੇਬਲ ਖਾਂਦੇ, ਉੱਦਾਂ ਵੀ ਤਾਂ ਖਾਂਦੇ ਹੀ ਹੈ। ਤੇ ਇਹ ਬਣੀਆਂ ਬਣਾਈਆਂ ਇਕੱਠੀਆਂ ਕਰ ਦਿੱਤੀਆਂ, ਤੇ ਹੈ ਤਾਂ ਮਿਕਸ ਵੈਜੀਟੇਬਲ ਹੀ ਆ। ਤੇ ਥੋੜੀ ਜਿਹੀ ਵਿੱਚ ਦਾਲ ਪਾ ਲਓ, ਚਲੋ। ਸੋ ਕਹਿਣ ਦਾ ਭਾਵ ਇਹ ਜਿਹੜੀ ਸੰਪਰਦਾ ਬੜੀ ਉੱਚੀ ਤੇ ਸੁੱਚੀ ਸੰਪਰਦਾ ਹੈ, ਜਿਨ੍ਹਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਤਿਕਾਰ ਕੀਤਾ। ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਸੰਪਰਦਾ ਨੇ ਸਤਿਕਾਰ ਕੀਤਾ। ਐਵੇਂ ਨਹੀਂ ਲਿਖਿਆ ਹੋਇਆ ਨਾਨਕ ਸਰ ਸਿਫਤੀ ਦਾ ਕਰ, ਭਗਤੀ ਦਾ ਕਰ, ਨਾਮ ਜਪਦੇ। ਸੋ ਕਹਿਣ ਦਾ ਭਾਵ ਨਾਨਕ ਕੁੱਲ ਉਧਾਰੇ ਆਪਣਾ, ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ, ਗ੍ਰਹਿਣ ਕਰਕੇ, ਸਹਾਇਤਾ ਲੈ ਕੇ, ਹਿਰਦੇ ਵਿੱਚ ਧਾਰਨ ਕਰਕੇ ਆਪਣਾ ਅਮਲੀ ਜੀਵਨ ਬਣਾਇਆ, ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ। ਆਪ ਤਾਂ ਤਰ ਗਏ, ਜਿਹੜੇ ਜੁੜ ਗਏ ਓਏ ਆਪ ਤਰ ਗਏ ਤੇ ਦੁਨੀਆ ਨੂੰ ਲੈ ਗਏ ਤਾਰ ਕੇ। ਤਨ ਤਨ ਆਉਣਾ ਉਹਨਾਂ ਦਾ, ਤਰ ਗਏ ਤੇ ਦੁਨੀਆ ਨੂੰ ਲੈ ਗਏ ਤਾਰ ਕੇ। ਤਨ ਤਨ ਆਉਣਾ ਉਹਨਾਂ ਦਾ, ਉਹ ਆਪ ਤਰ ਗਏ ਦੁਨੀਆ ਨੂੰ ਲੈ ਗਏ ਤਾਰ ਕੇ। ਤਨ ਤਨ ਆਉਣਾ ਉਹਨਾਂ, ਉਹ
ਮੁਕਤ ਕਰੈ ਸੰਸਾਰ। ਇਹ ਬੇਨਤੀਆਂ ਜਿਹੜੀਆਂ ਖਾਸ ਕਰਕੇ ਅਸੀਂ ਉਦੋਂ ਕਰਦੇ ਆਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ। ਫਿਰ ਕਿਹੜੀ ਬੇਨਤੀ ਹੈ ਪਤਾ? ਮਹਾਰਾਜ ਸੱਚੇ ਪਾਤਸ਼ਾਹ ਗਿਣੀ ਜਾਇਓ, ਕਿਰਪਾ ਕਰੋ ਪੁਰਾਣੀ ਚੜ੍ਹਾਈ ਕਰ ਗਿਆ ਤੇ ਇਹਨੂੰ ਹੁਣ ਮੁਕਤ ਕਰ ਦਿਓ 84। ਇਹ ਬੇਨਤੀ ਕਰਨ ਤੋਂ ਪਹਿਲਾਂ ਜਿਹੜਾ ਬੇਨਤੀ ਕਰ ਰਿਹਾ ਤੇ ਸਾਡੇ ਹੱਥ ਜੋੜ ਕੇ ਖੜਨ ਦਾ ਮਤਲਬ ਇਹ ਹੁੰਦਾ ਵੀ ਅਸੀਂ ਸਾਰੇ ਇਹ ਗੱਲ ਨਾਲ ਸਹਿਮਤ ਹਾਂ ਜੋ ਭਾਈ ਸਾਹਿਬ ਜੀ ਕਹਿ ਰਹੇ। ਇਹਦਾ ਮਤਲਬ ਇਹ ਬਣਦਾ ਇਹਨੂੰ ਮੁਕਤ ਕਰ ਦਿਓ। ਪਹਿਲਾਂ ਪਤਾ ਹੋਣਾ ਚਾਹੀਦਾ ਵੀ ਜਿਹੜਾ ਮੁਕਤ ਹੋਣਾ, ਮੁਕਤ ਮੀਨ ਫ੍ਰੀ ਹੋ ਜਾਣਾ, ਰੁਖਸਤ ਹੋ ਜਾਣਾ, ਫਰੀडम ਆਜ਼ਾਦੀ ਹੋ ਜਾਣੀ। ਠੀਕ ਹੈ, ਫ੍ਰੀ ਹੋ ਜਾਣਾ, ਆਜ਼ਾਦ ਹੋ ਜਾਣਾ, ਰੁਖਸਤ ਹੋ ਜਾਣਾ। ਹੁਣ ਜਿਹੜੀ ਬੇਨਤੀ ਕਰ ਰਹੇ ਆ ਵੀ ਮਹਾਰਾਜ ਮੁਕਤ ਕਰ ਦਿਓ, ਤੇ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਬੰਧਨ ਕਿਹੜੇ ਪਏ ਹੋਏ ਨੇ। ਆਖੋ ਸਤਿਨਾਮ ਵਾਹਿਗੁਰੂ। ਬੰਧਨ ਕਿਹੜੇ ਆ ਜਿਹੜੇ ਬੰਧਨਾਂ ਤੋਂ ਤੂੰ ਮੁਕਤ ਹੋਣਾ ਚਾਹਨਾ ਬਾਬੇ ਤੋਂ? ਨਹੀਂ ਪਤਾ। ਅਰਦਾਸਾਂ ਕਰੋ, ਕਰਦੇ ਆ। ਮੈਂ ਵੀ ਪਤਾ ਨਹੀਂ ਕਿੰਨਿਆਂ ਨੂੰ ਸੱਚਖੰਡ ਭੇਜ ਦਿੱਤਾ, ਪਰ ਪਤਾ ਹੋਣਾ ਚਾਹੀਦਾ ਵੀ ਬੰਧਨ ਕਿਹੜੇ ਪਏ ਹੋਏ ਨੇ ਜਿਹੜੇ ਬੰਧਨਾਂ ਤੋਂ ਇਹਨੂੰ ਮੁਕਤ ਕਰਾਉਣਾ ਚਾਹੁੰਦਾ। ਦੂਜੀ ਗੱਲ, ਅਰਦਾਸ ਕਰਨੀ ਇੱਕ ਪੰਥਕ ਮਰਿਆਦਾ ਹੈ। ਅਰਦਾਸ ਕਰਨੀ ਇੱਕ ਪੰਥਕ ਮਰਿਆਦਾ ਹੈ। ਫਰਿਆਦ ਹੈ, ਅਪੀਲ ਹੈ। ਵਾਹਿਗੁਰੂ ਨਾ ਕਰੇ ਤੁਹਾਡੇ ਜੇ ਕਿਸੇ ਦੇ ਕੇਸ ਚੱਲਦੇ ਹੋਣ ਤੇ ਹਾਰ ਗਏ ਹੋਣ ਤੇ ਤੁਸੀਂ ਨਹੀਂ ਅਪੀਲ ਕਰਦੇ। ਹਾਰਿਆ ਹੋਇਆ ਵੀ ਤਾਂ ਅਪੀਲ ਕਰਦਾ ਹੀ ਹੈ। ਜਿੱਤਣ ਵਾਲੇ ਦੇ ਵਿਰੁੱਧ ਅਪੀਲ ਨਹੀਂ ਕਰਦੇ। ਪਹਿਲਾਂ ਲੋਅਰ 'ਚ ਕਰਦੇ ਆ, ਫਿਰ ਸੈਸ਼ਨ 'ਚ ਕਰਦੇ ਆ, ਫਿਰ ਹਾਈ 'ਚ ਕਰਦੇ ਆ, ਫਿਰ ਸੁਪਰੀਮ 'ਚ ਨਹੀਂ ਕਰਦੇ ਕਿਤੇ। ਹਾਰਿਆ ਹੋਇਆ ਅਪੀਲ ਹਰ ਬੰਦਾ ਕਰ ਸਕਦਾ ਹੈ, ਪਰ ਉਹਦਾ ਰਿਜ਼ਲਟ ਤੇਰੇ ਜੱਜ ਨੇ ਦੇਣਾ। ਆਖੋ ਸਤਿਨਾਮ। ਜੱਜ ਨੇ ਰਿਜ਼ਲਟ ਦੇਣ ਤੋਂ ਪਹਿਲਾਂ ਜਿਹੜੀ ਡੇਢ 2 ਮਹੀਨੇ ਦੀ ਤਰੀਕ ਪੈਂਦੀ ਆ, ਉਹਦੇ ਵਿੱਚ ਤੇਰਾ ਸਾਰਾ ਕੇਸ ਨੂੰ ਐਨਾਲਿਸਿਸ ਕਰਨਾ ਉਹਨਾਂ ਨੇ। ਤੇਰਾ ਕੇਸ ਪੜ੍ਹਨਾ, ਬਾਰ-ਬਾਰ ਪੜ੍ਹਨਾ, ਅਕਸਰ ਰਿਜ਼ਲਟ ਦੇਣਾ ਤੈਨੂੰ। ਉਹਨੇ ਸਾਰਾ ਦੇਖ ਕੇ ਰਿਜ਼ਲਟ ਫੇਰ ਦੇਣਾ ਵੀ ਜਿੱਤ ਗਿਆ ਕੇਸ। ਜਿਸ ਗੁਰੂ ਕੋਲੇ ਅਰਦਾਸ ਬੇਨਤੀ ਕਰਦੇ ਆ ਇਹਨੂੰ ਵੀ ਪਤਾ, ਤੇ ਕਹਿੰਦੇ ਪਤਾ ਕੀ ਹੈ? ਇੱਕ ਤੁਕ ਪੜਦੇ ਆ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ,
अब की बार बख्श बंदे को बहुर ना भव जल फेरा। पढ़ते हैं ना, ਤੁਹਾਨੂੰ ਸਾਰਿਆਂ ਨੂੰ ਛੁੱਟੀ ਹੈ ਅੱਜ ਦੀ ਕੱਲ ਦੀ ਜਿੰਨੇ ਦਿਨਾਂ ਤੱਕ ਦੀਵਾਨ ਚੱਲਣੀ ਹੈ। ਆਹ ਬਾਬਾ ਜੀ ਪੁੱਛ ਲੈ, ਇਹਨਾਂ ਨੂੰ ਪੁੱਛ ਲੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਮਰਗ ਦੀ ਬਾਣੀ ਨਹੀਂ ਹੈ, ਮਰਗ ਦੀ ਨਹੀਂ ਹੈ। ਇਹ ਬਾਣੀ ਮਰਿਆ ਹੋਇਆ ਵਾਸਤੇ ਨਹੀਂ ਹੈ। ਇਹ ਬਾਣੀ ਜਿਵੇਂ ਆਪਾਂ ਜਿਉਂਦੇ ਜਾਗਦੇ ਬੈਠੇ ਆ ਸਾਡੇ ਪੜਨ ਵਾਸਤੇ। ਆਖੋ ਸਤਨਾਮ ਵਾਹਿਗੁਰੂ। ਤੇ ਕਹਿੰਦੇ ਕੀ ਹੈ? ਮਰੇ ਹੋਏ ਵਾਸਤੇ। ਅਬ ਕੀ ਵਾਰ, ਹੁਣ ਦੀ ਵਾਰੀ ਕਿਹਨੂੰ ਬਖਸ਼? ਇਹ ਬਖਸ਼ ਬੰਦੇ ਕੋ ਜਿਹੜਾ ਮਰ ਗਿਆ। ਲਾਈ ਦੇਖ ਲੋ ਕਿੱਥੇ ਆ ਬਾਣੀ। ਉਹ ਬਾਣੀ ਜਿਉਂਦਿਆਂ ਵਾਸਤੇ ਤੇ ਤੂੰ ਮਰਗ ਤੇ ਮਰੇ ਹੋਏ ਤੇ ਲਾਈ ਜਾਂਦਾ ਹੈ। ਇਹ ਤੈਨੂੰ ਸਮਝਾਉਣ ਵਾਸਤੇ ਹੈ। ਤੂੰ ਸਾਰਾ ਜੀਵਨ ਜਪ ਤਪ ਪਾਠ ਪੂਜਾ ਗੁਰੂ ਦੀ ਸਿੱਖਿਆ ਤੇ ਚੱਲ। ਅਰਦਾਸ ਕਰਿਆ ਕਰ, ਮਹਾਰਾਜ ਮੈਂ ਅੱਜ ਦਾ ਸਵੇਰ ਦਾ ਸ਼ਾਮ ਦਾ ਨਿਤਨੇਮ ਸਾਰਾ ਕਰ ਲਿਆ, ਪਰ ਫਿਰ ਵੀ ਅਬ ਕੀ ਮੀਨਸ ਇਸ ਮਨੁੱਖਾ ਜਨਮ। ਅਬ ਕੀ ਵਾਰ, ਵਾਰੀਆਂ ਪਹਿਲਾਂ ਬਹੁਤ ਲੱਭ ਗਈਆਂ। ਕਿਹੜੀਆਂ? ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ। ਮੀਨਸ ਵਾਰੀ। ਇਹ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਆਈ ਹੈ। ਇਹ ਬਾਰੀਆਂ ਲੱਗ ਚੁੱਕੀਆਂ। ਇਹ ਬਾਰੀਆਂ ਲੱਗਣ ਤੋਂ ਬਾਅਦ ਹੁਣ ਅਬ ਕੀ ਵਾਰ। ਇਹ ਬੰਦਾ ਜਿਉਂਦਾ ਜਾਗਦਾ ਕਹਿੰਦਾ ਵੀ ਐਤਕੀ ਵਾਰ ਮੈਨੂੰ ਬਖਸ਼ ਦੇ, ਨਾ ਕਿ ਕਿਸੇ ਦੀ ਅਰਦਾਸ ਭਾਈ ਸਾਹਿਬ ਜੀ ਕਰਨੀ। ਸਾਰੀ ਜ਼ਿੰਦਗੀ ਅਸੀਂ ਦੂਜਿਆਂ ਨੂੰ ਜੋੜਦਿਆਂ ਦੀ ਲੰਘ ਗਈ। ਸਾਰੀ ਜ਼ਿੰਦਗੀ ਮੇਰੀ ਵੀ ਤਾਂ ਤੁਹਾਡੀ ਵੀ ਸਾਰੀ ਜ਼ਿੰਦਗੀ ਦੂਜਿਆਂ ਨੂੰ ਜੋੜਨ ਦੀ ਲੰਘ ਗਈ। ਕਦੇ ਆਪ ਦਾ ਕਿਹਾ ਵੀ ਮਹਾਰਾਜ ਵੀ ਅਬ ਕੀ ਵਾਰ ਆ ਮਨੁੱਖਾ ਜਨਮ ਦੀ ਬਾਰੀ ਵਿੱਚ ਮੈਨੂੰ ਬਖਸ਼ ਦੇ। ਕਿਹਾ ਵੀ ਚਰਨਾਂ ਨਾਲ ਜੋੜ ਲੈ। ਮੇਰਾ ਤਾਂ ਖਿਆਲ ਨਹੀਂ ਕਰੇ ਆਪਣੀ ਅਰਦਾਸ ਕੀਤੀ ਹੋਵੇ ਮੈਨੂੰ ਜੋੜ ਲੈ। ਨਹੀਂ ਨਹੀਂ, ਹਜੇ ਮੁੰਡੇ ਵਿਆਹਣੇ ਐ, ਬਾਹਰ ਭੇਜਣੇ ਆ, ਫਾਈਲਾਂ ਲਾਈਆਂ ਹੋਈਆਂ। ਜੇ ਹੁਣੇ ਚਰਨਾਂ ਨਾਲ ਜੋੜ ਲਿਆ ਫਿਰ ਤਾਂ ਖੇਲੇ ਖਤਮ ਹੋ ਗਈ। ਆਖੋ ਸਤਨਾਮ ਵਾਹਿਗੁਰੂ। ਹਜੇ ਤਾਂ ਮਹਾਰਾਜ ਮਕਾਨ ਕੋਠੀਆਂ ਪਾਉਣੀਆਂ, ਕੁੜੀਆਂ ਵਿਆਹਣੀਆਂ, ਅਜੇ ਮੁੰਡੇ ਵਿਆਹਣੇ ਆ, ਅਜੇ ਬਾਹਰ ਤੋਰਨੇ ਅਜੇ, ਤੇ ਹੁਣੇ ਚਰਨਾਂ ਨਾਲ ਜੋੜ ਲਿਆ। ਆਪ ਇਸੇ ਡਰ ਤੋਂ ਡਰਦੇ ਡਰਦੇ ਸੀ ਕਦੇ ਨਹੀਂ ਕਹਿੰਦੇ ਵੀ ਮਹਾਰਾਜ ਮੈਨੂੰ ਜੋੜ ਲਾ ਚਰਨਾਂ ਨਾਲ। ਕਦੇ ਵੀ ਨਹੀਂ ਕਹਿੰਦੇ। ਬਸ ਇਹਨੂੰ ਜੋੜ ਲੈ ਜਿਹੜਾ ਮਰ ਗਿਆ। ਮੇਰਾ ਹਜੇ ਟਾਈਮ ਹੈਗਾ, ਇਹਨੂੰ ਜੋੜ। ਸੱਚੇ ਪਾਤਸ਼ਾਹ ਕਿਰਪਾ ਕਰ ਇਹਨੂੰ ਚਰਨਾਂ ਲਾ। ਅੱਛਾ, ਅਸੀਂ ਕਿਸੇ ਦੀਆਂ ਅਰਦਾਸਾਂ ਕਰੀ ਜਾਂਦੇ, ਆਪਣੀ ਨਹੀਂ ਕਰਦੇ, ਤੇ ਸਾਡੀ ਕਿਸੇ ਨੇ ਕਰਨੀ ਹੈ। ਜਿਉਂਦੇ ਜੀ ਤਾਂ ਆਪਾਂ ਕਰਨੀ ਹੋਈ ਨਹੀਂ, ਕਦੇ ਵੀ ਨਹੀਂ। ਜਿਹੜੇ ਮਰ ਗਏ ਅਸੀਂ ਉਹਨਾਂ ਦੀਆਂ ਕਰਦੇ ਹਾਂ। ਜਿੱਦਣ ਅਸੀਂ ਮਰ ਗਏ ਉਦੋਂ ਸਾਡੀਆਂ ਅਰਦਾਸਾਂ ਹੋ ਜਾਣੀਆਂ। ਆਪ ਦੀ ਅਰਦਾਸ ਨਹੀਂ ਬੰਦਾ ਕਰਦਾ। ਉਹ ਰੋਜ਼ ਕਿਆ ਕਰ ਅਬ ਕੀ ਵਾਰ। ਤੂੰ ਕਹਿ, ਨਾ ਕਿ ਭਾਈ ਸਾਹਿਬ ਤੇਰੀ ਅਰਦਾਸ ਕਰੇ, ਨਾ ਕਿ ਮਰਗ ਦੀ ਅਰਦਾਸ ਕਰੇ। ਇਹ ਜਿਉਂਦੇ ਜੀ ਬਾਣੀ ਪੜਿਆ ਕਰ ਅਬ ਕੀ ਵਾਰ। ਮਹਾਰਾਜ ਐਤਕੀ ਮਨੁੱਖਾ ਜਨਮ ਦੀ ਵਾਰੀ ਵਿੱਚ ਬਖਸ਼ ਦੇ। ਬਹੁਰ ਨਾ ਭਵ ਜਲ ਫੇਰਾ। ਦੁਬਾਰਾ 84 ਦਾ ਚੱਕਰ ਨਾ ਪੈ ਜਵੇ। ਜਪ ਵੀ ਕਰਦੇ ਆ, ਤਪ ਵੀ ਕਰਦੇ ਆ, ਪਾਠ ਵੀ ਕਰਦੇ ਆ, ਪੂਜਾ ਵੀ ਕਰਦੇ ਆ, ਸਭ ਕੁਝ ਕਰਦੇ ਆ। ਖੇਤ ਹੀ ਕਰੋ। ਕਬੀਰ ਸਾਹਿਬ ਕਹਿੰਦੇ ਇਸ ਮਨੁੱਖਾ ਤਨ ਰੂਪੀ ਖੇਤ ਦੇ ਵਿੱਚ ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਗੁਰੂ ਦਾ ਉਪਦੇਸ਼ ਕਮਾ ਕੇ ਮਨੁੱਖਾ ਜਨਮ ਵਿੱਚ ਨਵੇੜਾ ਕਰ ਲੈ ਤੇ ਅਰਦਾਸ ਕਰਿਆ ਕਰ। ਬਹੁਰ ਨਾ ਭਵ ਜਲ ਫੇਰਾ, ਨਾ ਕਿ ਕਿਸੇ ਦੀ ਅਰਦਾਸ। ਅੱਗੇ ਵੀ ਅਰਦਾਸਾਂ ਬੇਨਤੀਆਂ ਕਰਕੇ ਜਾਣਾ ਵੀ ਜੋ ਕੁਝ ਦੇਣਾ ਉਹਦੇ ਵਾਸਤੇ ਉਹ ਆਪ ਕਰੇ। ਜਿੰਨੇ ਕੁ ਮਿੰਟ ਰਹਿੰਦੇ ਆ ਮੈਂ ਉਨੇ ਕੁ ਮਿੰਟ ਵਿੱਚ ਸਮਾਪਤੀ ਕਰਨ ਦੀ ਕੋਸ਼ਿਸ਼ ਕਰਾਂ। ਜਿਹੜਾ ਸਮਾਨ ਰੱਖੀ ਬੈਠੇ ਆ ਮਹਾਰਾਜ ਗੜੀ, ਤੇ ਤੁਸੀਂ ਸੱਚ ਕਰਕੇ ਆਪਣੇ ਦਿਲ ਨੂੰ ਪੁੱਛੋ ਵੀ ਜਿਹੜਾ ਸਮਾਨ ਮ੍ਰਿਤਕ ਪ੍ਰਾਣੀ ਦੇ
ਨਿਮਿਤ ਤੁਸੀਂ ਦਿੰਨੇ ਆ ਰੱਖਿਆ ਹੋਇਆ ਉਹ ਪਹੁੰਚ ਜਾਂਦਾ। ਰੱਖਿਆ ਕੀ ਹੁੰਦਾ? ਬਿਸਤਰਾ, ਗਦੈਲਾ, ਰਜਾਈ, ਸਰਾਣਾ, ਮੰਜਾ ਅੰਦਰ ਲਿਆਉਣ ਨਹੀਂ ਦਿੰਦੇ, ਨਹੀਂ ਤਾਂ ਅਸੀਂ ਉਹ ਵੀ ਲੈ ਆਈਏ ਅੰਦਰ, ਸਾਡੀ ਬਾਹਰ ਨਹੀਂ ਚੱਲਦੀ, ਨਹੀਂ ਤਾਂ ਅਸੀਂ ਜੁੱਤੇ ਵੀ ਵਿੱਚੇ ਘਸੋੜ ਕੇ ਲੈ ਆਈਏ। ਤੇ ਕਈ ਵਾਰ ਲੈ ਆਂਦਾ ਉਹ ਕਰ ਬਾਹਰ ਲੈ ਕੇ ਚਲੋ, ਉਹ ਜਦੇ ਦੌੜਾ ਜਾਂਦਾ ਬਾਹਰ ਰੱਖ ਕੇ ਆਉਂਦਾ ਜੁੱਤੀ ਉੱਥੇ। ਇੰਨਾ ਕੁਝ ਰੱਖਿਆ ਹੋਇਆ। ਤੇ ਮੈਂ ਤਾਂ ਕਹਿੰਦਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਫਿਰ ਪਤਾ ਕੀ ਕਹਿਣਾ, ਮਹਾਰਾਜ ਬਿਸਤਰਾ, ਸਰਾਣਾ, ਉਹਨੇ ਸਾਰਾ ਬਿਸਤਰਾ ਇਕੱਠਾ ਕਰਕੇ, ਬਿਸਤਰਾ, ਭਾਂਡੇ, ਮੰਜਾ, ਜੁੱਤੀ, ਨੰਬਰ ਰੱਬ ਜਾਣੇ ਕਿਹੜਾ, ਸਾਰੇ ਕੁਛ ਦਾ ਫਲ ਉਹਨੂੰ ਲੱਗੇ, ਪਾਪਾ ਜੀ ਨੂੰ ਜਿਹੜੇ ਚੜਾਈ ਕਰ ਗਏ। ਸਮਝ ਚਲੋ ਮੇਰੀ ਬੇਨਤੀ ਨੂੰ, ਪਾਪਾ ਜੀ ਨੂੰ ਫਲ ਮਿਲੇ। ਠੀਕ ਹੈ, ਹੁਣ ਇਹ ਦੱਸੋ ਵੀ ਜੁੱਤੀ ਮਰਿਆ ਹੋਇਆ ਬੰਦਾ ਪਾਉਂਦਾ ਹੁੰਦਾ ਕਿ ਜਿਉਂਦਾ ਪਾਉਂਦਾ ਹੁੰਦਾ? ਮੈਨੂੰ ਸੱਚ ਕਰਕੇ ਦੱਸਿਓ, ਜੁੱਤੀ ਮਰਿਆ ਹੋਇਆ ਬੰਦਾ ਪਾਉਂਦਾ ਕਿ ਜਿਉਂਦਾ ਪਾਉਂਦਾ? ਵੀ ਜਿਉਂਦਾ ਪਾਉਂਦਾ। ਯੂ ਆਰ ਐਗਰੀ ਵਿਦ ਮੀ? ਸਹਿਮਤ ਨਾ? ਮਰਿਆ ਹੋਇਆ ਬੰਦਾ ਪਾਉਂਦਾ ਨਾ ਜੁੱਤੀ, ਜਾਂ ਜਿਉਂਦਾ ਬੰਦਾ ਪਾਉਂਦਾ? ਤੇ ਤੁਸੀਂ ਕਿਹਨੂੰ ਦਿੰਦੇ ਆ? ਮਰੇ ਹੋਏ ਨੂੰ ਆਖੋ ਸਤਨਾਮ ਵਾਹਿਗੁਰੂ। ਏਦਾਂ ਹੋ ਜਾਂਦੀ ਹੁੰਦੀ ਗੱਲ। ਜਿਹੜੇ ਕੱਪੜੇ ਪਾਉਣੇ ਆ ਉਹ ਜਿਉਂਦਾ ਬੰਦਾ ਪਾਉਂਦਾ ਹੁੰਦਾ, ਉਹ ਮਰਿਆ ਨਹੀਂ ਪਾਉਂਦਾ ਹੁੰਦਾ। ਭੋਲਿਓ, ਸਾਰੀ ਜ਼ਿੰਦਗੀ ਪਾਪਾ ਜੀ ਨੂੰ ਉਹੀ ਸੂਤੀਏ ਸੂਟ ਸਮਾ ਕੇ, ਪਜਾਮਾ ਹੋਰ, ਕਮੀਜ਼ ਹੋਰ, ਪੱਗ ਹੋਰ, ਪ੍ਰੈਸ ਵੀ ਨਹੀਂ ਕੀਤੇ, ਤਰਪਾਈ ਵੀ ਸਾਰੀ ਉਧੜੀ ਰਹੀ। ਉਹ ਤਾਂ ਨਾ ਠੀਕ ਕੀਤੀ, ਮਰਨ ਤੋਂ ਬਾਅਦ ਨਵਾਂ ਸੂਟ ਆ ਗਿਆ। ਬਿਸਤਰਾ, ਜਿਹੜਾ ਬਿਸਤਰਾ ਮਰਨ ਤੋਂ ਬਾਅਦ ਦੇ ਰਹੇ ਆ ਨਾ, ਇਹ ਪਾਪਾ ਜੀ ਨੂੰ ਜਿਉਂਦੇ ਜੀ ਦੇਣਾ ਸੀ। ਇਹ ਹਰ ਸਿਆਲ ਉਹਦਾ ਮੰਜਾ ਵੀ, ਉਹਦੀ ਤਲਾਈ ਵੀ, ਉਹਦੀ ਰਜਾਈ ਵੀ, ਉਹਦੀ ਚਾਦਰ ਵੀ, ਉਹਦਾ ਸਰਾਣਾ ਬੀਬੀ ਉਹ ਬਦਲਿਆ ਹੋਣਾ ਚਾਹੀਦਾ ਸੀ ਹਰ ਸਰਦੀਆਂ ਨੂੰ। ਸਰਦੀਆਂ ਵਾਲਾ ਬਿਸਤਰਾ, ਇਹ ਨਹੀਂ ਵੀ ਪਿਛਲੇ ਸਿਆਲ ਵਾਲਾ ਕੱਢ ਕੇ ਪਿੱਟੀ ਚੋਂ ਝਾੜਿਆ ਵੀ ਨਹੀਂ, ਐਵੇਂ ਜਿਵੇਂ ਫੇਰ ਲਿਆ ਕੇ ਵਿਛਾਤਾ ਉੱਥੇ। ਹਰ ਗਰਮੀ ਨੂੰ ਪਾਪਾ ਜੀ ਵਾਲਾ ਗਰਮੀ ਵਾਲਾ ਬਿਸਤਰਾ ਨਵਾਂ ਹੋਣਾ ਚਾਹੀਦਾ ਸੀ, ਪਰ ਹੁੰਦਾ ਨਹੀਂ ਏਦਾਂ। ਕਿਹੜਾ ਕਰਦਾ ਸੀ? ਘਰੇ ਬਾਪੂ ਕਹਿੰਦਾ ਕਾਕਾ ਆ ਦਵਾਈ ਖਾਣੀ, ਪੁੱਤ ਪਾਣੀ ਲਿਆ ਕੇ ਦੇ ਨਾਲ। ਕਦੋਂ ਕਹਿੰਦਾ ਪਾਪਾ ਆਪੇ ਪੀ ਲਾ, ਮੈਂ ਤਾਂ ਸ਼ਬੀਲ ਤੇ ਚੱਲਾਂ, ਮੈਂ ਸ਼ਬੀਲ ਲਾਈ ਹੋਈ ਆ ਉੱਥੇ। ਅਸੀਂ ਲੋਕਾਂ ਵਾਸਤੇ ਸ਼ਬੀਲ ਲਾਈ ਫਿਰਦਾ, ਘਰ ਬਾਪੂ ਨੂੰ ਪਾਣੀ ਦੇ ਕੇ ਨਹੀਂ ਰਾਜੀ। ਇਹ ਕੀ ਲੱਭਦਾ? ਬੇਨਤੀ ਹੈ, ਬੰਦ ਤਾਂ ਕਰਿਓ ਇਹ ਕੰਮ ਕਰਨਾ। ਇਹ ਜਿਹੜਾ ਸਮਾਨ ਦੇਣਾ, ਮੰਜਾ, ਬਿਸਤਰਾ, ਤਲਾਈ, ਰਜਾਈ, ਜੁੱਤੀਆਂ, ਸਭ ਕੁਝ ਬੰਦ ਤਾਂ ਕਰਨਾ ਹੀ ਨਹੀਂ ਹੈਗਾ। ਅਰਥ ਆਉਂਦਾ, ਜੇ ਗੁਰਦੁਆਰੇ ਦਿੰਨੇ ਆ ਤੇ ਸਾਰਾ ਕਮੇਟੀ ਦੇ ਕੰਮ ਆਉਂਦਾ। ਆ ਸੰਗਤਾਂ ਵਾਸਤੇ ਜਦੋਂ ਕੋਈ ਰਾਤ ਰਹਿਣ ਆਉਂਦਾ, ਉਦੋਂ ਭਾਂਡੇ ਵੇਲ ਚ ਜਾਂਦੇ ਆ, ਬਿਸਤਰੇ ਸੰਗਤਾਂ ਵਾਸਤੇ ਆ। ਤੇ ਜਦੋਂ ਕੋਈ ਸਾਡੇ ਤੋਂ ਪਾਠ ਕਰਾਉਂਦਾ, ਮਹਾਂਪੁਰਸ਼ ਬੈਠ ਜੇ ਇਹਨਾਂ ਤੋਂ ਕਰਾਉਂਦਾ, ਤੇ ਸਮਾਨ ਇਹਨਾਂ ਨੂੰ ਆ ਜਾਂਦਾ। ਬੰਦ ਨਾ ਕਰਿਓ, ਸਾਨੂੰ ਘਾਟਾ ਪੈ ਜਾਊਗਾ। ਆਖੋ ਸਤਨਾਮ। ਇਹ ਬੰਦ ਨਾ ਕਰਿਓ, ਫਿਰ ਆ ਕੇ ਕਹੋਗੇ ਰਾਤ ਰਹਿ ਕੇ ਸਾਨੂੰ ਮੰਜਾ ਨਹੀਂ ਮਿਲਿਆ, ਬਿਸਤਰਾ ਨਹੀਂ ਮਿਲਿਆ। ਫਿਰ ਜਦ ਦਿੱਤਾ ਹੀ ਨਹੀਂ ਤੇ ਦਈਏ ਤੁਹਾਨੂੰ ਕੀ? ਅਸੀਂ ਮੁੱਲ ਲਿਆ ਕੇ ਦੇਈਏ? ਦੋ ਲਿਆ ਕੇ ਬਿਸਤਰੇ, ਜਿੱਦਾਂ ਮਰਜ਼ੀ ਦੋ, ਪਰ ਜਰਾ ਕਿਰਪਾ ਰੱਖਿਆ ਕਰੋ। ਜਿੱਦਾਂ ਦੇ ਪਾਪਾ ਜੀ ਨੂੰ ਜਿਉਂਦੇ ਜੀ ਬਿਸਤਰਾ ਦਿੰਦੇ ਸੀ ਨਾ, ਉਦਾਂ ਦਾ ਦਿਆ ਕਰੋ। ਮੰਜਾ ਵੀ ਉਹ ਜਿਹੜਾ ਤੁਹਾਡਾ ਮੰਜਾ ਦੁੱਖ ਨਾ ਮਨਾਏ, ਉਹ ਇੱਕ ਹਫ਼ਤਾ ਕੱਢਦਾ ਨਹੀਂ ਉਹ ਮੰਜਾ। ਉਹ ਜਿਹੜਾ ਤੁਹਾਡੇ ਵਾਲੇ ਮੰਜੇ ਆ, ਬਾਣ ਪਤਾ ਨਹੀਂ ਕਿੱਥੋਂ ਲੈ ਆਉਨੇ, ਉਹ ਬਣਿਆ ਬਣਾਇਆ ਮੰਜਾ ਪਤਾ ਨਹੀਂ ਕਿਹੜੇ ਬਾਂਸ ਦਾ ਬਣਿਆ ਹੋਇਆ। ਇੱਕ ਬੰਦਾ ਮਸੀਂ, ਇੱਕ ਬੰਦਾ ਜੇ ਤੁਸੀਂ ਮਾੜਾ ਜਿਹਾ ਛਾਲ ਜੇ ਮਾਰ ਕੇ ਬਹਿ ਜਾਓ, ਜਿਹਦੇ ਕੜਿਕ ਕੜਿਕ ਹੋ ਜਾਣੀ ਮੰਜੇ ਦੀ, ਉਹ ਜਿਹੜਾ ਤੁਸੀਂ ਦਿੰਦੇ ਆ। ਤੇ ਜਿਹੜਾ ਬਿਸਤਰਾ ਦੇਣਾ, ਉਹ ਤਾਂ ਕਹਿਣਾ ਹੀ ਕੀ ਹੈ। ਆਹ ਜਿਹੜੀ ਲਾਈਟ ਆ ਨਾ, ਜਿਹੜੇ ਤੁਹਾਡੇ ਦਿੱਤੇ ਹੋਏ ਬਿਸਤਰੇ ਆ, ਵਿੱਚੇ ਤਲਾਈ ਤੇ ਵਿੱਚ ਰਜਾਈ ਇਕੱਠੀਆਂ ਕਰਕੇ ਵੀ ਲੈ ਲਓ ਨਾ, ਆਹ ਲਾਈਟ ਵਿੱਚ ਦੀ ਸਾਬਤੀ ਦਿਖੀ ਜਾਣੀ। ਆਖੋ ਸਤਨਾਮ ਵਾਹਿਗੁਰੂ। ਏਦਾਂ ਦੇ ਬਿਸਤਰੇ ਤੁਸੀਂ ਦਿੰਦੇ ਆ ਇੱਥੇ, ਤੇ ਦਿੱਤਾ ਤਾਂ ਆ ਵੀ ਪਾਪਾ ਜੀ ਨੂੰ ਮਿਲ ਜਾਵੇ, ਤੇ ਪਾਪਾ ਜੀ ਏਦਾਂ ਦਾ ਬਿਸਤਰਾ ਲਊਗਾ। ਇਹ ਗੱਲ ਯਾਦ ਰੱਖਿਓ, ਦੇਈ ਜਾਇਓ।
ਕਿਸੇ ਨੂੰ ਗਾਹ ਨਹੀਂ ਮਿਲਣਾ। ਇੱਥੇ ਸੰਗਤਾਂ ਦੇ ਕੰਮ ਆਊਗਾ, ਗੁਰੂ ਘਰ ਵਿੱਚ ਸੰਗਤਾਂ ਦੇ ਕੰਮ ਆਊਗਾ, ਇੱਥੇ ਸੰਗਤਾਂ ਦੇ ਕੰਮ ਆਊਗਾ। ਪਰ ਜਿਹੜੀ ਤੁਸੀਂ ਜਿੱਥੇ ਤੁਹਾਡਾ ਦਿਮਾਗ ਦੀ ਸੂਈ ਅਟਕੀ ਹੈ, ਉਹ ਗੁਰੂ ਸਾਹਿਬ ਕਹਿੰਦੇ ਦਿੱਤਾ ਲਈਐ ਆਪਣਾ ਅਣ ਦਿੱਤਿਆਂ ਕਿਸ ਹੱਥ ਨਾ ਆਵੇ। ਲਾਗੀ ਸਮਝ। ਨਾਨਕ ਅੱਗੇ ਸੋ ਮਿਲੈ, ਅੱਗੇ ਜਾ ਕੇ ਉਹ ਕੁਝ ਮਿਲਣਾ। ਅਸਰਾਰ ਉਤਰਿਆ ਨਾ ਅੱਜ ਕੱਲ੍ਹ ਚ, ਹੁਣ ਉਤਰਿਆ ਏ। ਇਹ ਸਰਾਧਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬੜਾ ਭੁਲੇਖਾ ਕੱਢਿਆ। ਮੈਂ 5 ਮਿੰਟ ਸਮਾਪਤੀ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ। ਗੁਰੂ ਨਾਨਕ ਸਾਹਿਬ ਪੰਡਤ ਨਾਲ ਮਿਲਾਪ ਹੋਇਆ ਤੇ ਪੰਡਤ ਜੀ ਕਹਿੰਦੇ ਪੰਡਤ ਜੀ ਕੀ ਕਰਦੇ ਆ? ਕਹਿੰਦੇ ਸਰਾਧਾਂ ਦੇ ਦਿਨ ਚੱਲਦੇ ਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪੰਡਤ ਜੀ ਜਿਹੜਾ ਸਮਾਨ ਇਕੱਠਾ ਕਰਦੇ ਆ ਗਾਹਾਂ ਪਹੁੰਚ ਜਾਂਦਾ, ਚਲੇ ਜਾਂਦਾ ਅੱਗੇ? ਕਹਿੰਦੇ ਹਾਂਜੀ ਚਲੇ ਜਾਂਦਾ। ਤਾਂ ਹਾਂ ਕਹਿੰਦੇ ਸਾਡੀ ਗੱਲ ਹੋ ਜਾਂਦੀ ਹੈ ਗਾਹਾਂ, ਅਸੀਂ ਜੋ ਉੱਥੇ ਲੈਂਦੇ ਆ ਗਾਹਾਂ ਪਹੁੰਚ ਜਾਂਦਾ। ਐ ਨਾ ਸਮਝੋ ਵੀ ਸਾਨੂੰ ਪਤਾ ਨਹੀਂ, ਅੱਧੇ ਨੂੰ ਵੱਧ ਤੁਹਾਡੇ 'ਚ ਬੈਠੇ ਜਿਨ੍ਹਾਂ ਨੇ ਸ਼ਰਾਧ ਕਰਨੇ ਆ ਜੀ, ਅੱਧੇ ਨੂੰ ਵੱਧ ਬੈਠੇ ਆ ਜਿਨ੍ਹਾਂ ਨੇ ਬੇਬੇ ਬਾਪੂ ਦੇ ਨਾਂ ਦਾ ਕਰਨਾ ਸ਼ਰਾਧ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਤ ਜੀ ਜੇ ਇਦਾਂ ਹੀ ਇੱਥੇ ਦਾ ਦਿੱਤਾ ਹੋਇਆ ਗਾਹਾਂ ਪਹੁੰਚ ਜਾਂਦਾ, ਤੇ ਜਿਨ੍ਹਾਂ ਦੇ ਬਜ਼ੁਰਗ ਚੜ੍ਹਾਈ ਕਰ ਗਏ ਪਰ ਇੱਥੇ ਸ਼ਰਾਧ ਕਰਨ ਵਾਸਤੇ ਪੈਸੇ ਨਹੀਂ ਹਨ, ਤੁਹਾਨੂੰ ਵੀ ਪ੍ਰਸ਼ਾਦਾ ਛਕਾਉਣਾ 500-400 ਰੁਪਇਆ 1000 ਖੰਡ ਤੁਹਾਡੇ ਤੇ ਲੱਗੂਗਾ, ਫਿਰ ਭਾਂਡੇ ਭੁੰਡੇ ਦੇਣੇ ਆ, ਹੋਰ ਲਿਖ ਸੁਖ ਬਥੇਰਾ ਦੇਣਾ, 2-4000 ਤੇ ਗੱਲ ਖੜਦੀ ਹੈ। ਪੰਡਤ ਜੀ ਇਦਾਂ ਤਾਂ ਦੇਣਾ ਗਰੀਬ ਬੰਦੇ ਵਾਸਤੇ ਬੜਾ ਔਖਾ, ਪਰ ਜੇ ਮੋਹਾਕਾ ਘਰ ਮੂੰਹ ਹੈ। ਇਹ ਆਸਾ ਜੀ ਦੀ ਵਾਰ ਦਾ 17ਵਾਂ ਸ਼ਲੋਕ ਹੈ। ਇਹ ਉਦੋਂ ਆਸਾ ਦੀ ਵਾਰ ਪੜ੍ਹੀ ਆਉਂਦੀ ਹੈ ਜਦੋਂ ਸਾਡੀ ਕੌਮ ਦਾ ਅੱਧੇ ਨਾਲੋਂ ਵੱਧ ਹਿੱਸਾ ਸੁੱਤਾ ਪਿਆ ਹੁੰਦਾ। ਪਰ ਇਹ ਬਾਬਾ ਜੀ ਇੱਥੇ ਆਸਾ ਦੀ ਵਾਰ ਲਾਉਂਦੇ ਆ। ਮੈਂ ਤਾਂ ਇਹਨਾਂ ਦੇ ਬੜਾ ਖੁਸ਼ ਆ। ਇੰਨਾ ਕੀਰਤਨ, ਸਵੇਰੇ ਵੀ ਕੀਰਤਨ, ਦੁਪਹਿਰੇ ਵੀ ਕੀਰਤਨ, ਰਹਿਰਾਸ ਤੋਂ ਪਹਿਲਾਂ ਵੀ ਕੀਰਤਨ, ਰਹਿਰਾਸ ਤੋਂ ਬਾਅਦ ਵੀ ਕੀਰਤਨ। ਇਹ ਰੰਗੀਆਂ ਹੋਈਆਂ ਰੂਹਾਂ ਦੀ। ਜੇ ਮੋਹਾਕਾ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਪੰਡਤ ਜੀ ਤੁਹਾਡੇ ਕਹਿਣ ਦੇ ਮੁਤਾਬਕ, ਮੈਂ ਨਹੀਂ ਕਹਿੰਦਾ, ਗੁਰੂ ਸਾਹਿਬ ਕਹਿੰਦੇ ਪਰ ਤੁਸੀਂ ਕਹਿ ਰਹੇ ਆ ਇੱਥੇ ਦਾ ਦਿੱਤਾ ਹੋਇਆ ਗਾਹਾਂ ਪਹੁੰਚ ਜਾਂਦਾ। ਜੇ ਇਦਾਂ ਪਹੁੰਚ ਜਾਂਦਾ ਤੇ ਜਿਹੜਾ ਗਰੀਬ ਬੰਦਾ ਇੰਨਾ ਸਮਾਨ ਨਹੀਂ ਦੇ ਸਕਦਾ, ਕਿਸੇ ਦਾ ਚੋਰੀ ਕਰਕੇ ਭਾਂਡੇ ਲੈ ਆਵੇ। ਜੇ ਮੋਹਾਕਾ ਕਹਿੰਦੇ ਚੋਰ, 17ਵਾਂ ਸ਼ਲੋਕ ਹੈ, ਘਰ ਮੋਹ ਹੈ, ਕਿਸੇ ਦੇ ਘਰੋਂ ਸਮਾਨ ਮੋਹ ਕੇ ਚੋਰੀ ਕਰਕੇ ਭਾਂਡੇ ਟਿੰਡੇ ਲਿਆ ਕੇ ਰੱਖ ਲਵੇ, ਰਜਾਈਆਂ ਤਲਾਈਆਂ ਜੋ ਕੁਝ ਵੀ ਹੈ, ਤੇ ਤੁਹਾਨੂੰ ਪ੍ਰਸ਼ਾਦਾ ਛਕਾ ਕੇ ਤੁਹਾਨੂੰ ਦੇ ਦੇਵੇ। ਤੁਸੀਂ ਕਹਿੰਦੇ ਆ ਗਾਹਾਂ ਪਹੁੰਚ ਜਾਂਦਾ। ਜੇ ਬਾਈ ਚਾਂਸ ਇਹ ਗਾਹਾਂ ਪਹੁੰਚ ਹੀ ਜਾਂਦਾ ਤੁਹਾਡੇ ਕਹਿਣ ਮੁਤਾਬਕ, ਘਰ ਮੋਹੇ ਪਿੱਤਰੀ ਦੇ, ਪਿੱਤਰੀ ਨਹੀਂ ਪਿੱਤਰੀ, ਪਿੱਤਰਾਂ ਨੂੰ ਦੇ ਨਾਂ ਤੇ ਤੁਸੀਂ ਦੇ ਦਿੱਤਾ, ਤੇ ਜਿਨ੍ਹਾਂ ਦੇ ਘਰੋਂ ਚੁੱਕ ਕੇ ਲਿਆਂਦਾ ਉਹਨਾਂ ਦੇ ਬਜ਼ੁਰਗ ਵੀ ਗਾਹਾਂ ਮਰੇ ਹੋਏ ਨੇ, ਉੱਥੇ ਪਹੁੰਚੇ ਹੋਏ ਐ। ਬੇਬੇ ਹੁਣੀ, ਪਾਪਾ ਜੀ ਹੁਣੀ ਸਭ ਉੱਥੇ ਪਹੁੰਚੇ ਹੋਏ ਨੇ। ਅੱਗੇ ਬਸਤ ਸਿਆਣੀਐ ਪਿੱਤਰੀ ਚੋਰ ਕਰੇ। ਕਹਿੰਦੇ ਚੋਰੀ ਚੱਕ ਕੇ ਭਾਂਡੇ ਲਿਆ ਕੇ ਉਹ ਪਿੱਤਰਾਂ ਦੇ ਨਾਂ ਤੇ ਜੇ ਦੇ ਦਿੱਤੇ, ਤੁਸੀਂ ਕਹਿੰਦੇ ਗਾਹਾਂ ਪਹੁੰਚ ਜਾਂਦਾ। ਜੇ ਪਹੁੰਚ ਹੀ ਗਏ ਬਾਈ ਚਾਂਸ, ਤੇ ਜਿਨ੍ਹਾਂ ਦੇ ਘਰੋਂ ਚੱਕਿਆ ਉਹ ਵੀ ਗਾਹਾਂ ਮਰ ਕੇ ਗਾਹਾਂ ਪਹੁੰਚੇ ਹੋਏ ਨੇ। ਅੱਗੇ ਬਸਤ ਸਿਆਣੀ ਹੈ, ਉਹਨਾਂ ਨੇ ਪਛਾਣ ਲੈਣਾ ਤਾਂ ਭਾਂਡੇ ਸਾਡੇ ਆ। ਤੁਸੀਂ ਨਹੀਂ ਪਛਾਣ ਲੈਂਦੇ? ਸਾਡੀਆਂ ਭੈਣਾਂ, ਬੀਬੀਆਂ, ਮਾਤਾਵਾਂ ਲੋਕਾਂ ਦੇ ਘਰਾਂ 'ਚ ਜਾਂਦੇ ਹੀ ਆ ਆਪਾਂ ਖੁਸ਼ੀ ਗਮੀ ਦੇ। ਇਹ ਤਾਂ ਚਮਚਾ ਪਛਾਣ ਕੇ ਵੀ ਦੱਸ ਦਿੰਦੀਆਂ ਵੀ ਚਮਚਾ ਸਾਡਾ ਹੈ, ਆਖੋ ਸਤਨਾਮ। ਇੱਥੇ ਚਮਚਾ ਪਛਾਣ ਕੇ ਵੀ ਦੱਸ ਦਿੰਦੀਆਂ ਵੀ ਚਮਚਾ ਵੀ ਸਾਡੇ ਘਰੋਂ ਆਇਆ ਹੋਇਆ ਹੈ। ਪਛਾਣ ਤਾਂ ਪਛਾਣ ਹੀ ਹੈ, ਕੱਲੇ ਕੱਲੇ ਭਾਂਡੇ ਦੀ ਪਛਾਣ ਹੁੰਦੀ ਹੈ। ਆਪਾਂ ਤਾਂ ਰੋਟੀ ਖਾ ਕੇ ਭਾਂਡੇ ਪਰੇ ਕਰਦੇ, ਇਹਨਾਂ ਨੂੰ ਸਭ ਪਤਾ ਹੁੰਦਾ ਕਿਹੜਾ ਭਾਂਡਾ ਸਾਡਾ। ਮਹਾਰਾਜ ਕਹਿੰਦੇ ਅੱਗੇ ਬਸਤ ਸਿਆਣੀਐ ਪਿੱਤਰੀ ਚੋਰ ਕਰੇ। ਤੂੰ ਆਪਣੇ ਚੰਗੇ ਭਲੇ ਪਿੱਤਰਾਂ ਨੂੰ ਵੀ ਚੋਰ ਬਣਾ ਦਿੱਤਾ। ਉੱਥੇ ਬੈਠਿਆਂ ਨੂੰ ਭਾਂਡੇ ਤੂੰ ਦਿੱਤੇ, ਕਿਸੇ ਦੇ ਘਰੋਂ ਚੋਰੀ ਕਰਕੇ ਲਿਆ ਕੇ ਆਪਣੇ ਬਜ਼ੁਰਗਾਂ ਨੂੰ ਉੱਥੇ ਬੈਠਿਆਂ ਨੂੰ ਚੋਰ ਬਣਾ ਦਿੱਤਾ। ਨਾਨਕ ਅੱਗੇ ਸੋ ਮਿਲੇ। ਪੰਡਤ ਜੀ ਏਦਾਂ ਨਹੀਂ ਕੋਈ ਜਾਂਦਾ ਕਹਾਂ।
ਜਿਉ ਖੱਟੇ ਘਾਲੇ ਦੇ ਵੱਡੀਐ ਹੱਥ ਦਲਾਲ ਕੇ ਮੁਸਫੀ ਇਹ ਕਰੇ। ਦਲਾਲ ਪ੍ਰਾਪਰਟੀ ਡੀਲਰ ਨਹੀਂ, ਏਜੰਟ ਨਹੀਂ, ਅਸੀਂ ਰਾਗੀ, ਢਾਡੀ, ਵਿਸ਼ਰ, ਪਾਠੀ, ਸੰਤ ਸਭ ਜਿਹੜੇ ਤੁਹਾਡੇ, ਮੇਰੀ ਗੱਲ ਦਾ ਗਿਲਾ ਨਾ ਮਨਾਇਓ, ਜਿਹੜਾ ਘਰ ਵਿੱਚ ਤੁਹਾਡੇ ਸ਼ਰਾਧ ਖਾਣ ਜਾਂਦਾ, ਇੱਕ ਸੂਟ ਤੇ 500 ਰੁਪਏ ਦੇ ਲਾਲਚ ਵਿੱਚ ਆ ਕੇ ਤੁਹਾਨੂੰ ਗੁਰੂ ਨਾਨਕ ਦਾ ਸੁਨੇਹਾ ਨਹੀਂ ਦੇ ਰਿਹਾ, ਗੁਰੂ ਦਾ ਉਪਦੇਸ਼ ਨਹੀਂ ਦੇ ਰਿਹਾ, ਜਿਹੜਾ ਜਿਨ੍ਹਾਂ ਬਾਬਿਆਂ ਦੀਆਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾ ਰਹੇ ਹੈ, ਜਿਹੜਾ ਇਹ ਉਪਦੇਸ਼ ਸਾਰੀ ਜ਼ਿੰਦਗੀ ਜਿਹੜਾ ਇਹਨਾਂ ਨੇ ਦਿੱਤਾ, ਇਦਾਂ ਦਾ ਉਪਦੇਸ਼ ਨਹੀਂ ਦੇ ਰਿਹਾ ਘਰੇ ਆ ਕੇ, ਜਿਹੜਾ ਸੱਚ ਦਾ ਸੁਨੇਹਾ ਗੁਰੂ ਨਾਨਕ ਦਾ ਘਰ ਵਿੱਚ ਤੁਹਾਡੇ ਨਹੀਂ ਦੇ ਰਿਹਾ, ਸਿਰਫ ਤੁਹਾਡੇ ਪ੍ਰਸ਼ਾਦਾ ਛਕ ਕੇ ਤੇ 500 ਰੁਪਈਆ ਤੇ ਸੂਟ ਲੈ ਕੇ ਤੁਰਦਾ ਬਣਦਾ। ਇੱਕ ਪੰਜਾਬੀ ਦੀ ਕਹਾਵਤ ਹੈ, ਜਦੋਂ ਤੁਸੀਂ ਲੋਨ ਲੈਣਾ ਹੋਵੇ ਨਾ ਬੈਂਕ ਚੋਂ, 35-37 ਜਗ੍ਹਾ ਤੇ ਤੁਹਾਤੋਂ ਸਾਈਨ ਕਰਾਉਂਦੇ ਆ, ਫਾਈਲ ਤੇ ਕਰਾਉਂਦੇ ਆ ਨਾ, ਉਹਨੂੰ ਪੰਜਾਬੀ 'ਚ ਪਤਾ ਕੀ ਕਹਿੰਦੇ ਆ? ਹੱਥ ਤੇਰੇ ਪਹਿਲਾਂ ਹੀ ਸਾਰੇ ਵੱਢ ਲਏ, ਆਖੋ ਸਤਨਾਮ। ਕਹਿੰਦੇ ਹੱਥ ਦਾ ਬੈਂਕ ਵਾਲੇ ਨੇ ਪਹਿਲਾਂ ਹੀ ਵੱਢ ਲਏ, ਸਾਰੇ ਸਾਈਨ ਕਰਾ ਲਏ, ਤੂੰ ਕੁਝ ਨਹੀਂ ਕਰ ਸਕਦਾ, ਸਾਰੇ ਅਖਤਿਆਰ ਤੇ ਤੋਂ ਲੈ ਲੈ ਹੁਣ। ਤੇ ਗੁਰੂ ਨਾਨਕ ਕਹਿੰਦੇ ਵੱਡੀ ਐ ਹੱਥ ਦਲਾਲ ਕੇ। ਦਲਾਲ ਅਸੀਂ ਜਿਹੜੇ ਤੁਹਾਡੇ ਘਰਾਂ ਵਿੱਚ ਜਾ ਕੇ ਸੱਚ ਦਾ ਸੁਨੇਹਾ ਨਹੀਂ ਦੇ ਸਕਦੇ, ਗੁਰੂ ਨਾਨਕ ਦੀ ਸੱਚ ਦੀ ਬਾਣੀ ਸਿੱਖਿਆ, ਗੁਰੂ ਨਾਨਕ ਦੀ ਸਿੱਖਿਆ ਨਹੀਂ ਤੁਹਾਨੂੰ ਸੁਣਾ ਸਕੇ। ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕੀ ਕਹਿੰਦੇ, ਪਿਆਰ ਨਾਲ ਪੜ੍ਹੀਏ ਭਾਈ। ਜਿਹੜੇ ਝੂਠੇ ਦਲਾਲ ਮਹਾਰਾਜ ਕਹਿੰਦੇ ਇਹਨਾਂ ਦੇ ਹੱਕ ਖੋਹ ਲੈਣੇ ਚਾਹੀਦੇ ਆ। ਜੇ ਬਾਣਾ ਤਾਂ ਪਾਇਆ ਹੋਇਆ, ਕਹਾਉਂਦੇ ਤਾਂ ਵਜ਼ੀਰ ਆ ਗੁਰੂ ਦਾ, ਬਣਦੇ ਤਾਂ ਪ੍ਰਚਾਰਕ ਆ, ਗੁਰੂ ਦੀ ਮੱਤ ਦਾ ਪ੍ਰਚਾਰ ਕਰਦੇ ਆ, ਪਰ ਅਸਲੀ ਗੱਲ ਲਾਲਚ ਵਿੱਚ ਆ ਕੇ ਨਹੀਂ ਤੁਹਾਡੇ ਘਰਾਂ ਵਿੱਚ ਦੱਸਦੇ ਤੇ ਅਖਤਿਆਰ ਖੋਲੋ, ਹੱਥ ਵੱਢ ਦਿਓ। ਉਹ ਸਤਿਗੁਰ ਹੱਥ ਵੱਢਣੇ ਨੂੰ ਕਹਿੰਦੇ ਐ, ਝੂਠਿਆਂ ਦਲਾਲਾਂ ਦੇ ਹੱਥ